ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਕਿਸਾਨ ਵੀਰੋ। ਜੱਟ ਯੂਨਾਨ ਦਾ ਆ ਗਿਆ ਮੈਦਾਨ ਵਿੱਚ। ਜਨਾਬੇ ਵਾਲਾ ਪਾਕਿਸਤਾਨ ਵਿੱਚ ਡੇਰੀ ਫਾਰਮਿੰਗ ਮਾਡਰਨ ਤਰੀਕੇ ਨਾਲ ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ ਅਸੀਂ ਯੂਰਪੀਅਨ ਕੰਟਰੀਜ਼ ਦੇ ਉਹ ਤਰੀਕੇ ਅਪਣਾਈਏ, ਕਿਆ ਉਹਦੇ 'ਤੇ ਬੜੀ ਰਕਮ ਲੱਗਦੀ ਏ, ਇੱਕ ਬੰਦਾ 100 ਮੱਝ ਨੂੰ ਗਾਂ ਨੂੰ ਕਿਸ ਤਰ੍ਹਾਂ ਸੰਭਾਲਦਾ ਹੈ, ਡੇਰੀ ਫਾਰਮਿੰਗ ਜਦੀਦ ਤਰੀਕੇ ਨਾਲ ਕਰਨ 'ਤੇ ਕਿੰਨੇ ਪੈਸੇ ਲੱਗ ਸਕਦੇ ਨੇ, ਕੀ ਤਰੀਕਾਕਾਰ ਹੁੰਦਾ ਹੈ, ਕਿਸ ਤਰ੍ਹਾਂ ਡੇਰੀ ਫਾਰਮਿੰਗ ਹੁੰਦੀ ਹੈ, ਜਗ੍ਹਾ ਉਹਦੀ ਕਿੰਨੀ ਚਾਹੀਦੀ ਹੈ। ਜਨਾਬੇ ਵਾਲਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੈਫ ਜੱਟ ਸਾਹਿਬ ਦੱਸਣਗੇ ਅਤੇ ਨਾਲ ਇਹ ਵੀ ਦੱਸਣਗੇ ਕਿ ਯੂਰਪ ਦੇ ਵਿੱਚ ਜਦੀਦ ਡੇਰੀ ਫਾਰਮਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਕਿਉਂਕਿ ਇਹ ਯੂਨਾਨ 'ਚ ਰਹੇ ਨੇ ਔਰ ਇਹਨਾਂ ਨੇ ਉੱਥੇ ਡੇਰੀ ਫਾਰਮ ਬਣਾਏ ਨੇ। ਅਗਰ ਕੋਈ ਭਰਾ ਪਾਕਿਸਤਾਨ ਵਿੱਚ ਰਹਿ ਕੇ ਜਦੀਦ ਮਾਡਰਨ ਡੇਰੀ ਫਾਰਮਿੰਗ ਕਰਨਾ ਚਾਹੁੰਦਾ ਹੈ ਅਤੇ ਉਹ ਇਹਨਾਂ ਨਾਲ ਰਾਬਤਾ ਕਰ ਸਕਦਾ ਹੈ। ਉਹਨਾਂ ਦਾ ਫ਼ੋਨ ਨੰਬਰ ਵੀਡੀਓ ਦੇ ਐਂਡ 'ਤੇ ਮੌਜੂਦ ਹੈ ਅਤੇ ਆਓ ਫਿਰ ਬਿਲਾ ਤਖੀਰ ਇਹਨਾਂ ਦੀ ਗੱਲਬਾਤ ਸੁਣਨੇ ਹਾਂ ਔਰ ਇਹਨਾਂ ਨੂੰ ਪੁੱਛਦੇ ਹਾਂ ਕਿ ਜਦੀਦ ਯਾਨੀ ਕਿ ਮਾਡਰਨ ਡੇਰੀ ਫਾਰਮਿੰਗ ਬਾਰੇ ਇਹਨਾਂ ਦੇ ਕੋਲ ਕਿਹੜੀ ਕਿਹੜੀ ਮਾਲੂਮਾਤ ਮੌਜੂਦ ਹੈ। अस्सलाम वालेकुम। वालेकुम सलाम जी। ਭਾਈਜਾਨ ਕੀ ਨਾਂ ਹੈ ਤੁਹਾਡਾ? सैफुल्ला ਸੈਫੁੱਲਾ ਸਾਹਿਬ ਹੈ, ਕਿਹੜਾ ਪਿੰਡ ਔਰ ਕਿਹੜੀ ਜਗ੍ਹਾ? रुड़की कलां जी। ਸੈਫ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰ ਸੰਭਾਲਦੇ ਆ, ਜਾਨਵਰਾਂ ਦਾ ਕੰਮ ਕਰਦੇ ਆ? ਅਸੀਂ ਨਸਲ ਦਾ ਨਸਲ ਪਿਓ ਦਾਦੇ ਤੋਂ ਲੈ ਕੇ ਸਾਰੀ ਉਮਰ ਹੀ ਹੋ ਗਈ ਹੈ। ਠੀਕ ਹੋ ਗਿਆ। ਤੇਰੀ ਜਿਹੜੀ ਜਦੋਂ ਤੁਸੀਂ ਹੋਸ਼ ਸੰਭਾਲੀ ਤੁਸੀਂ ਉਦੋਂ ਦੇ ਡੰਗਰ ਸੰਭਾਲ ਰਹੇ ਹੋ, ਜ਼ਬਰਦਸਤ ਹੋ ਗਿਆ। ਚਲੋ ਆਪਣਾ ਬਾਹਰ ਅੰਦਰ ਨੌਕਰੀ ਪੇਸ਼ਾ ਵੀ ਗਏ ਆ, ਸਾਰਾ ਕੁਝ ਠੀਕ ਹੈ। ਕੀਤਾ, ਲੇਕਿਨ ਇਹ ਕਿ ਚਲੋ ਹੁਣ ਆਪਣਾ ਜਿਹੜਾ ਇਹਨੂੰ ਨਹੀਂ ਛੱਡਿਆ। ਇਹ ਆਪਣਾ ਚੱਲਦਾ ਸਿਲਸਿਲਾ ਨਾਲ ਹੀ ਹੈ। ਠੀਕ ਹੈ। ਹੋਰ ਮਤਲਬ ਇਸ ਤੋਂ ਇਲਾਵਾ ਕਿਹੜੇ ਕਿਹੜਾ ਕੰਮ ਕੀਤਾ? ਕੋਈ ਬਾਹਰ ਦੇ ਵਿੱਚ ਚੱਕਰ ਇਹ ਲਾਇਆ? ਮੈਂ ਬਾਹਰ ਜਣਾ ਰਿਹਾ, ਅੱਛਾ। ਵੱਡਾ ਭਾਈ ਫੌਜ 'ਚ ਰਹੇ ਨੇ, ਹੈ। ਵਾਲੇ ਸਾਹਿਬ ਕਰਦੇ ਹਨ, ਫੌਤ ਹੋ ਗਏ ਨੇ, ਠੀਕ ਹੈ। ਤਾਂ ਹੁਣ ਅਸੀਂ ਇੱਥੇ ਹਾਂ ਦੋਏ ਭਾਈ। ਸਹੀ। ਮੈਂ ਬਾਹਰ ਸਾਂ, ਉੱਥੇ ਮੈਂ ਇੱਕ ਫਾਰਮ ਦੇ ਗਿਆ, ਸ਼ੈੱਡ ਬਣਾਉਣਾ ਸੀ, ਮੈਂ ਲੋਹੇ ਦਾ ਕੰਮ ਕਰਦਾ ਰਿਹਾ ਉੱਥੇ। ਉੱਥੇ ਸਿਰਫ ਇਹ ਇੱਕ ਪਾਸੇ 100 ਗਾਂ ਸੀ ਤੇ ਇੱਕ ਪਾਸੇ ਸੀ। ਜੇ ਸੂਣ ਵਾਲੀਆਂ ਤੇ ਸੂਈਆਂ ਵੱਖਰੀਆਂ ਵੱਖਰੀਆਂ ਜਾਂ ਵੱਖਰੇ 150-250 ਗਾਂ ਸੀ। ਇੱਕ ਬੰਦਾ ਜਿਹੜਾ ਸਾਂਭਦਾ ਸੀ, ਕਿਉਂ ਉਹ ਵੰਡ ਸੀ। ਟਰੈਕਟਰ ਦੇ ਪਿੱਛੇ ਮਸ਼ੀਨ ਸੀ, ਉਹ ਉੱਥੇ ਸਿਸਟਮ ਗੋਹੇ ਵਾਲੇ ਵੀ ਵੱਖਰੇ ਵੈਪਰ ਲੱਗੇ ਨੇ, ਜਿਹਨਾਂ ਗੋਹਾ ਵੀ ਆਪੀ ਖੜਨਾ। ਗਾਈਆਂ ਦੇ ਵਿੱਚੋਂ ਮਸ਼ੀਨ ਟਰੈਕਟਰ ਦੇ ਪਿੱਛੇ ਪਈ, ਉਹਨੇ ਗੱਠਾਂ ਸੁੱਟਣੀਆਂ, ਉਹਨੇ ਕੁਤਰੇ ਜਾਣੇ। ਤੁਸੀਂ ਯੂਨਾਨ ਦੀ ਗੱਲ ਕਰ ਰਹੇ? ਹਾਂਜੀ, ਉਹਨੇ ਪਿੱਛੇ ਲੱਗੀਆਂ ਕੁਤਰੇ ਜਾਣੇ। ਜਦੋਂ ਉਹਨੇ ਲੰਘਣਾ ਖੁਰਲੀ ਵੀ ਇੰਝ ਚੌੜੀ ਹੈ, ਟਰੈਕਟਰ ਸਾਣੇ ਹਰ ਚੀਜ਼ ਵਿੱਚੋਂ ਦੀ ਨਿਗਾਹ ਲਗਾ ਜਾਂਦਾ। ਬਾਅਦ ਦੇ ਵਿੱਚ ਉਹ ਟਰੈਕਟਰ ਅੱਗੇ ਖਿਲਾਰ ਕੇ ਤੂੰ ਇੱਕ ਵੈਪਰ ਜਿਹਾ ਫੜਨੇ ਦਈਆਂ ਦੋਵਾਂ ਸਾਈਡਾਂ ਨੂੰ ਕਰ ਛੱਡਣੇ, ਉਹਦੇ ਵਿੱਚ ਹੀ ਵੰਡਾ ਸੁੱਟਣਾ ਹਰ ਚੀਜ਼। ਪਾਣੀ ਆਟੋਮੈਟਿਕ ਸਿਸਟਮ ਲੱਗੇ ਨੇ, ਹਵਦੀਆਂ ਨੇ ਵਿੱਚ ਬਣੀਆਂ। ਸਹੀ ਹੈ। ਸ਼ਾਵਰ ਲੱਗੇ ਨੇ, ਜਦੋਂ ਪੀ ਲੈਂਦੀਆਂ ਨੇ ਆਟੋਮੈਟਿਕ, ਜਿਸ ਤਰ੍ਹਾਂ ਸਾਡੇ ਨੇ ਬਾਥਾਂ ਸ਼ਾਵਰ ਲੱਗੇ ਹੁੰਦੇ, ਇਸ ਤਰ੍ਹਾਂ ਸਿਸਟਮ ਜਦੋਂ ਪੀਂਦੀਆਂ ਨੇ ਪਾਣੀ ਆ ਜਾਂਦਾ, ਫਿਰ ਉਹ ਬੰਦ ਹੋ ਜਾਂਦਾ। ਤੇ ਉੱਥੇ ਸਾਰੀਆਂ ਡੇਅਰੀਆਂ ਹੀ ਇੰਜ ਨੇ ਜੀ। ਅੱਛਾ, ਕੀ ਗੱਲ ਹੈ ਕਿ ਸਾਡੇ ਇੱਥੇ ਜਿਹੜੇ ਏਸ਼ੀਆਈ ਮਮਾਲਕ ਨੇ, ਸਬ ਕੰਟੀਨੈਂਟ ਜਿਹਨੂੰ ਅਸੀਂ ਕਹਿੰਦੇ ਆ, ਬਰੇ ਸਗੀਰ, ਇੱਥੇ ਫਾਰਮਿੰਗ ਬੜੀ ਪਿੱਛੇ ਵੇ। ਤੁਸੀਂ ਕੀ ਸਮਝਦੇ ਹੋ? ਬਹੁਤ ਪਿੱਛੇ ਮੈਂ। ਤੇ ਉਹਨੂੰ ਅਪਡੇਟ ਕਰਨ ਵਾਸਤੇ, ਫਾਰਮਿੰਗ ਨੂੰ ਉੱਤੇ ਲਿਜਾਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਬਾਈ ਸਾਨੂੰ ਜ਼ਿਆਦਾਤਰ ਤਾਂ ਸ਼ੌਰ ਨਹੀਂ ਲੋਕਾਂ ਦੇ ਵਿੱਚ, ਸ਼ੌਰ ਪੈਦਾ ਹੋਏ ਨਾ ਤੇ ਉਹ ਕੋਈ ਐਡਾ ਔਖਾ ਕੰਮ ਕੋਈ ਨਹੀਂ, ਛੋਟੇ ਜਿਹੇ ਮਾਮੂਲੀ ਜਿਹਾ ਕਾ ਸਿਸਟਮ ਹੈ। ਉਹ ਇੱਕ ਬੰਦਾ ਗਾਈਆਂ 100 ਚੋਂਦਾ ਵੀ ਹੈ, ਚੋਂਦਾ ਕੀ ਹੈ ਕਿ 10-10 ਗਾਈਆਂ ਉਹਨੇ ਪਿੱਛੇ ਵਾੜਨੀਆਂ ਨੇ, ਉਹਨਾਂ ਨੂੰ ਮਸ਼ੀਨਾਂ ਲਾਈ ਜਾਣੀਆਂ ਨੇ, ਆਟੋਮੈਟਿਕ ਟੈਂਕੀ ਦੇ ਵਿੱਚ ਦੁੱਧ ਤੁਰੀ ਜਾਣਾ। ਠੀਕ ਹੈ। ਉਹਨੇ ਸਿਰਫ ਫੁਹਾਰਾ ਫੜਿਆ, ਉਹਨਾਂ ਦੇ ਪੈਰ ਧੋਣੇ ਨੇ, ਜਿਹੜੇ ਨੇ ਉਹਦੇ ਥਣ ਧੋਣੇ ਨੇ, ਤੇ ਉਹ ਲਾਈ ਜਾਣੇ ਨੇ ਕੁੱਪੇ। ਠੀਕ ਹੈ। ਉਹ ਜਿਹੜੀ ਚੋਈ ਜਾਣੀ ਉਸ ਪਾਸੇ ਨੂੰ ਨਿਕਲੀ ਆਉਣੀ, ਆਪਣੇ ਆਪਣੇ ਵਾਪਸ ਆ ਜਾਣੇ। ਬਾਅਦ ਜਿਹੜੇ ਜਾ ਬੱਚੇ ਉਹਨੇ ਛੱਡਣੇ ਥੋੜੀ ਨੇ, ਉਹਨੇ ਤੋਂ ਟੈਂਕੀਆਂ ਬਣੀਆਂ ਜਿੱਥੇ ਬੱਚੇ ਟੱਕੇ ਨੇ, ਉੱਥੇ ਕੋ 2 ਬਾਲਟੀਆਂ ਦੁੱਧ ਸੁੱਟਣਾ, ਉਹਨਾਂ ਨੇ ਵੀ ਉਹ ਨਿਪਲਾਂ ਲੱਗੀਆਂ ਆਪੇ ਚੁੰਗ ਲੈਣਾ। ਉਹ ਥੱਲੇ ਗਾਈਆਂ ਦੇ ਥੋੜੀ ਛੱਡਦੇ ਨੇ। ਅੱਛਾ, ਯਾਨੀ ਬਾਹਰ ਹੈ ਸਿਸਟਮ ਹੈ, ਬੜਾ ਸਿਸਟਮ ਨੇ। ਤੁਸੀਂ ਉਹ ਸਾਰਾ ਆਬਜ਼ਰਵ ਕੀਤਾ? ਹਾਂਜੀ, ਮੈਂ ਉੱਥੇ ਬੜੀ ਵਾਰੀ ਗਿਆ, ਉਹ ਸ਼ੈੱਡ ਬਣਾਇਆ ਤਕਰੀਬਨ, ਉਹ ਗਾਈਆਂ ਦਾ ਫਾਰਮ ਤਕਰੀਬਨ ਮੈਂ ਆਪੀ ਸਾਰਾ ਬਣਾਇਆ ਤੇ ਵੇਖਿਆ ਸਿਸਟਮ, ਵੈਪਰ ਲੱਗੇ ਨੇ। ਅੱਛਾ। ਇਸ ਪਾਸੇ ਵੀ ਥੜੀ ਹੈ, ਜਿਹਨੇ ਪੱਠੇ ਖਾਣੇ ਨੇ ਉਹਦੇ ਵਾਸਤੇ ਵੀ, ਇੱਧਰ ਵੀ ਜਿਹਨੇ ਬਹਿਣਾ ਉਹ ਪਿਛਲੇ ਸਾਈਡ ਤੇ ਆ ਕੇ ਬਹਿ ਕੇ, ਜਦੋਂ ਬਹਿੰਦੀਆਂ ਨੇ ਗਾਈਆਂ, ਉਹ ਗੋਇਆ ਉਹਨਾਂ ਦਾ ਆਟੋਮੈਟਿਕਲੀ ਉਹ ਜਿਹੜਾ ਵਿੱਚ ਖਾਲੀ ਬਣਿਆ ਉਹਦੇ ਵਿੱਚ ਆਉਂਦਾ। ਠੀਕ ਹੈ। ਉੱਥੇ ਉਹ ਵੈਪਰ ਲੱਗਾ, ਉਹ ਤੋੜ ਇੱਥੋਂ ਲੈ ਕੇ ਉਹ ਜਾਂਦਾ ਹੋਰ 2 ਕਿੱਲਿਆਂ ਦੇ ਮੱਥੇ ਤੇ। ਜੋ 2 ਕਿੱਲਿਆਂ ਤੇ ਜਾਂਦਾ, ਅੱਗੇ ਛੋਟਾ ਵੈਪਰ ਲੱਗਾ, ਉਹ ਲੈ ਜਾਂਦਾ ਪਹਾੜ ਤੋਂ ਵੀ ਥੱਲੇ ਦੂਰ। ਸਹੀ ਹੈ। ਉਹ ਇਕੱਲੇ ਬੰਦੇ ਦਾ ਸਿਸਟਮ ਚੱਲਦਾ। ਸਹੀ। ਔਰ ਸਾਡੇ ਇੱਥੇ ਮੈਨ ਪਾਵਰ ਜ਼ਿਆਦਾ ਲੱਗਦੀ ਹੈ। ਪਾਵਰ ਲੱਗਦੀ ਹੈ। ਸਾਈ ਪੱਠੇ ਵੱਢਣੇ, ਉਹਨਾਂ ਬੜਾ ਪੱਠੇ ਉਹਨਾਂ ਦੇ ਵੱਢਣ ਦੀ ਲੋੜ ਨਹੀਂ, ਟਰਾਲੇ ਤੇ ਹੁੰਦਾ ਵੰਡਾ ਵੀ ਤੇ ਸਭ ਕੁਝ। ਉਹ ਗੱਠਾਂ ਹੁੰਦੀਆਂ ਨੇ, ਉਹ ਮਸ਼ੀਨ ਚੱਲਦੀ ਹੈ ਟਰੈਕਟਰ ਦੀ, ਸਾਡੇ ਥ੍ਰੈਸ਼ਰ ਨਹੀਂ ਹੁੰਦੀ ਇੰਨੀ, ਸ਼ਾਫਟ ਲੱਗੀ ਹੈ ਆਟੋਮੈਟਿਕ, ਉਹ ਵਿੱਚ ਕੁਤਰ ਕੇ ਵਿੱਚ ਹੀ ਵੰਡਾ ਉਹਨੇ ਸੁੱਟਣਾ, ਉਹ ਪਾ ਛੱਡਣਾ, ਪਾਣੀ ਉਹਨੇ ਆਪੇ ਪਿਆ ਪੀਣਾ, ਗੋਇਆ ਵੈਪਰ ਲੈ ਜਾਣਾ, ਬਟਨ ਹੀ ਬਸ ਬਾਣਿਆ। ਸਹੀ ਹੋ ਗਿਆ, ਸਹੀ ਹੋ ਗਿਆ। ਤੇ ਸਾਨੂੰ ਵੀ ਉਹਨਾਂ ਚੀਜ਼ਾਂ ਨੂੰ ਫਾਲੋ ਕਰਨਾ ਚਾਹੀਦਾ ਹੈ। ਉਹਦੀ ਕੀ ਵਜ੍ਹਾ ਹੀ ਨਹੀਂ ਕਰ ਪਾਉਂਦੇ? ਵਜ੍ਹਾ ਸਮਾਇਆ ਵੀ ਹੈ ਤੇ ਦੂਜਾ ਸਾਨੂੰ ਇਹ ਪਤਾ ਹੀ ਨਹੀਂ, ਇੰਨਾ ਸਾਡੇ ਸ਼ੌਰ ਹੀ ਨਹੀਂ, ਇੰਨਾ ਦੱਸਿਆ ਹੀ ਨਹੀਂ ਅੱਜ ਤੱਕ। ਅਸੀਂ ਆਪਣੇ ਚੈਨਲ ਦੇ ਤਵੱਸਲ ਨਾਲ ਅਸੀਂ ਮੁਖਤਲਿਫ ਫਾਰਮਰਸ ਕੋ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵੀ ਜਿਹੜੇ ਏਸ਼ੀਆਈ ਮਮਾਲਕ ਨੇ, ਇਹਨਾਂ ਦੀ ਤਰੱਕੀ ਕਰਨੀ ਚਾਹੀਦੀ ਹੈ। ਪਾਕਿਸਤਾਨ ਦੇ ਵਿੱਚ ਜ਼ਿਆਦਾ ਫਾਰਮਿੰਗ ਪ੍ਰਮੋਟ ਹੋਏ। ਫਾਰਮਿੰਗ ਦਾ ਹੈ ਸਿਸਟਮ, ਪਰ ਇੱਥੇ ਜਿੰਨਾ ਲੋਕਾਂ ਫਾਰਮਿੰਗ ਰੱਖੀ, ਉਹਨਾਂ ਨੂੰ 10-10 15-15 ਬੰਦੇ ਰੱਖਣੇ ਪੈਂਦੇ ਨੇ। ਉਹਨਾਂ ਦੀ ਤਨਖਾਹਾਂ ਕੱਢ ਕੇ, ਵੱਠੇ ਦਾ ਵੰਡੇ ਦਾ ਸਿਸਟਮ ਸਾਰਾ ਕੱਢ ਕੇ, ਉਹਨਾਂ ਨੂੰ ਫਿਰ ਬਚਦਾ ਨਹੀਂ, ਤਾਂ ਅਖੀਰ ਫਿਰ ਛੱਡ ਜਾਂਦੇ ਨੇ। ਸਹੀ ਹੈ। ਸਿਸਟਮ ਹੋਏ 250, ਹੁਣ ਮੈਂ ਇੱਕ ਬੰਦਾ ਉਹਨਾਂ ਰੱਖਿਆ, ਉਹਨੂੰ ਤਨਖਾਹ ਜਿੰਨੀ ਮਰਜ਼ੀ ਪੇ ਦੇਣ, ਜਿਹੜੀ ਉਹ ਟੈਕਨੋਲੋਜੀ ਦਾ ਜ਼ਿਆਦਾ ਯੂਜ਼ ਕਰਦੇ ਨੇ, ਉਹਨਾਂ ਨੂੰ ਫਾਇਦਾ। ਉਹ ਦੋਏ ਪਿਓ ਪੁੱਤਰ 10 ਵਜੇ ਆਉਂਦੇ ਨੇ, ਆ ਕੇ ਤੇ ਵੇਂਦੇ ਨਾ
ਗੱਡੀ ਆਈ ਨੈਸਲੇ ਦੀ ਜਾਂ ਕਿਸੇ ਕੰਪਨੀ ਦੀ ਜੀ ਉਹ ਟੈਂਕੀ 'ਚ ਦੁੱਧ ਆਟੋਮੈਟਿਕ ਸਿਸਟਮ ਉਹਨਾਂ ਦਾ ਬਣਿਆ ਉਹ ਗਾਈਆਂ ਚੁੱਕ ਕੇ ਦੁੱਧ ਟੈਂਕੀ 'ਚੋਂ ਲੈ ਜਾਣਾ ਲੀਟਰ ਕਿੰਨੇ ਤੁਹਾਨੂੰ ਦੱਸਣਾ ਇੰਨੇ ਲੀਟਰ ਟੁੱਟ ਗਿਆ ਉੱਥੇ ਚੰਗਾ ਦੁੱਧ ਦੀਆਂ ਕੁੱਪੀਆਂ ਭਰਨੀਆਂ ਨੇ ਕੋਈ ਨਹੀਂ ਤਾਂ ਮਾਰਕੀਟਾਂ ਤੇ ਜਾਣਾ ਪੈਕ ਹੋਣਾ ਫੈਕਟਰੀਆਂ ਜਾਣਾ ਮਾਰਕੀਟਾਂ 'ਚ ਜਾ ਕੇ ਪੈਕਿੰਗ ਦੁੱਧ ਉਹ ਮੁxtਲਿਫ ਕਿਸਮਾਂ ਤੋਂ ਬਣਦਾ ਉਹ ਜਿਸ ਤਰ੍ਹਾਂ ਦਾ ਵੀ ਉਹਨੂੰ ਕਈ ਤੇ ਜ਼ਿਆਦਾ ਡੇਟ ਦਾ ਬਣਾ ਲੈਂਦੇ ਨੇ ਤੇ ਕਈ 1-2 ਦਿਨ ਦੀ ਡੇਟ ਹੁੰਦੀ ਹੈ ਕਿ ਜਿਹਨੂੰ ਫਰੈਸ਼ ਦੁੱਧ ਕਹਿੰਦੇ ਨੇ ਸਹੀ ਹੈ ਤਾਜ਼ਾ ਉਹ 1-2 ਦਿਨ ਦੇ ਵਿੱਚ ਲੋਕ ਵੀ ਛੱਡਦੇ ਨੇ ਤੇ ਅਸੀਂ ਉਸ ਲੈਵਲ ਤੇ ਕਿਸ ਨਾਲ ਪਹੁੰਚਾਂਗੇ ਯਾਨੀ ਸ਼ਾਉਰ ਦੇ ਦਈਏ ਲੋਕਾਂ ਸ਼ਾਉਰ ਨੂੰ ਨਾਲ ਜਾ ਸਕਦੇ ਆ ਇੰਨਾ ਕੋ ਸਰਮਾਇਆ ਨਹੀਂ ਸਾਡੇ ਲੋਕ ਸਰਮਾਇਆ ਬੜਾ ਵੀ ਲਾਉਂਦੇ ਨੇ ਐ ਨਹੀਂ ਕਿ ਨਹੀਂ ਲਾਉਂਦੇ ਉਹ ਸਿਸਟਮ ਜਿਹੜਾ ਹੈ ਉਹ ਸਾਨੂੰ ਐਡਾ ਕੁ ਸਿਸਟਮ ਨਹੀਂ ਕਿ ਬੰਦਾ ਆਖੇ ਕਿ ਘਰ ਹੀ ਨਹੀਂ ਸਕਦੇ ਅੱਛਾ ਸਾਡੀ ਹੋ ਸਕਦਾ ਬੜਾ ਆਸਾਨੀ ਨਾਲ ਹੋ ਸਕਦਾ ਯਾਨੀ ਤੁਸੀਂ ਸਮਝਦੇ ਹੋ ਕਿ ਜਿੰਨਾ ਆਮ ਸਰਮਾਇਆ ਹੀ ਲਾਣੇ ਆ ਉਹਦੇ ਨਾਲ ਥੋੜਾ ਜਿਹਾ ਵੱਧ ਲੱਗੇਗਾ ਹਾਂਜੀ ਤੇ ਉਹ ਕਈ ਸਿਸਟਮ ਲਾ ਉਹ ਸਕਦੇ ਆ ਸਿਸਟਮ ਲੱਗ ਜਾਂਦਾ ਤੇ ਉਹ ਮਸ਼ੀਨਰੀ ਜਿਹੜੀ ਉਹ ਤਾਂ ਫਿਰ ਸਾਨੂੰ ਬਾਹਰੋਂ ਹੀ ਮੰਗਵਾਉਣੀ ਪਏਗੀ ਪੱਕੇ ਪਾਕਿਸਤਾਨ 'ਚ ਨਹੀਂ ਬਣ ਸਕਦੀ ਨਹੀਂ ਉਹ ਐਡਾ ਕੁਛ ਜ਼ਿਆਦਾ ਸਿਸਟਮ ਵੀ ਪਾਕਿਸਤਾਨ 'ਚ ਹੈ ਨੇ ਮਸ਼ੀਨਾਂ ਦੁੱਧ ਚੋਣ ਵਾਲੀਆਂ ਹਾਂਜੀ ਬਿਲਕੁਲ ਹੈ ਨਾ ਤੇ ਇਹ ਜਿਹੜੀਆਂ ਨੈਸਲੇ ਵਾਲਿਆਂ ਦੇ ਕੋਲ ਜਿੱਥੇ ਟੈਂਕੀਆਂ ਵੀ ਲੱਗੀਆਂ ਹੋਣ ਲੋਕ ਦੁੱਧ ਨੂੰ ਠੰਡਾ ਰੱਖਦੀਆਂ ਨੇ ਮਸਲ 2-3 ਦਿਨ ਸਟਾਕ ਰੱਖਦੇ ਨੇ ਕੋਈ ਹਰ ਰੋਜ਼ ਨਹੀਂ ਹੋ ਜਾਂਦਾ ਠੀਕ ਹੈ ਉਹ ਜਿੱਦਣ ਮਸਲ ਟੈਂਕੀ ਫੁੱਲ ਹੋ ਜਾਂਦੀ ਉਦੋਂ ਉਹ ਗੱਡੀ ਆਉਂਦੀ ਹੈ ਤਾਂ ਆ ਕੇ ਲੈ ਜਾਂਦੀ ਹੈ ਸਹੀ ਹੈ ਜਦੋਂ ਉਹਨਾਂ ਫੋਨ ਕਰਨਾ ਹੈ ਕਿ ਮਤਲਬ ਹਰ ਟਾਈਮ 2 ਟਾਈਮ ਨਹੀਂ ਆਉਣਾ ਕਿਸੇ ਵੀ ਸਹੀ ਹੈ ਉੱਥੇ ਇਹ ਸਿਸਟਮ ਹੈ ਠੀਕ ਹੈ ਤੇ ਕੋਈ ਨਹੀਂ ਉਹ ਲੱਗੇ ਨੇ ਜਿਹੜੇ ਗੋਹਾ ਸ਼ੋਆ ਖੜਦੇ ਨੇ ਵੈਪਰ ਹੀ ਲੱਗੇ ਨੇ ਤੇ ਉਹਨਾਂ ਨੂੰ ਜਿਹੜਾ ਨਾ ਪਿੱਛੇ ਸਿਲੰਡਰ ਤੇ ਮੋਟਰਾਂ ਹੀ ਲੱਗੀਆਂ ਨੇ ਇੱਥੇ ਵੀ ਬਣ ਸਕਦਾ ਅਗਰ ਕੋਈ ਬੰਦਾ ਕੋਈ ਹੋਰ ਤੁਸੀਂ ਕਿਹੜੀ ਅਹਮ ਗੱਲ ਅਬਜ਼ਰਵ ਕੀਤੀ ਇੱਕ ਤਾਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਸਿਸਟਮ ਬੜਾ ਜ਼ਬਰਦਸਤ ਹੈ ਇੱਧਰ ਮਤਲਬ ਦੂਜੀਆਂ ਮੱਝਾਂ ਗਾਈਆਂ ਵੱਜੀਆਂ ਨੇ ਦੂਸਰੀਆਂ ਉਧਰ ਸੂਈਆਂ ਉਧਰ ਵੱਜੀਆਂ ਨੇ ਜਾਵਾਂ ਦਾ ਅਲੱਗ ਸਿਸਟਮ ਹੈ ਦੁੱਧ ਦਾ ਅਲੱਗ ਸਿਸਟਮ ਹੈ ਗੋਹੇ ਵਾਲਾ ਅਲੱਗ ਸਿਸਟਮ ਹੈ ਹੋਰ ਕਿਹੜੀ ਅਹਿਮ ਚੀਜ਼ ਤੁਸੀਂ ਨੋਟ ਕੀਤੀ ਹੋਰ ਸਭ ਤੋਂ ਅਹਿਮ ਤੇ ਇਹ ਵੇ ਕਿ ਉੱਥੇ ਮਿਸਾਲ ਦੇ ਤੌਰ ਤੇ ਉਹਨਾਂ ਸ਼ੈੱਡ ਬਣਿਆ ਨਾ ਹੁਣ ਜੀ ਇੱਕ ਉਹ ਮਸ਼ੀਨ ਛੋਟੀ ਜਿਹੀ ਐਡਾ ਕੋ ਸੁੱਚ ਜਿਹਾ ਲੱਗਾ ਪੂਰੇ ਸ਼ੈੱਡ ਨੂੰ ਕਰੰਟ ਕਰਦਾ ਪਿਆ ਠੀਕ ਹੈ ਅਗਰ ਉਹ ਕਰੰਟ ਕਰਦਾ ਨਾ ਪਿਆ ਤੇ ਗਾਈ ਗਈ ਹੈ ਥੋੜੀ ਜਿਹੀ ਨਾਲ ਲੱਗੀ ਤੇ ਉਹਨੇ ਇੱਕ ਛੋਟਾ ਜਿਹਾ ਝਟਕਾ ਲਾਣਾ ਉਹਦਾ ਗਾਈ ਫਿਰ ਉਸ ਲਾਗੇ ਨਹੀਂ ਜਾਂਦੀ ਅੱਛਾ ਬਾਹਰ ਜਦੋਂ ਕੱਢ ਦੇਣ ਨਾ ਉਹ ਵੀ ਸ਼ੈੱਡ ਦੇ ਨਾਲੋਂ ਤਾਰ ਲਾ ਕੇ ਨਾ ਤੇ ਇੰਜ ਦੂਰ ਤੱਕ ਉਹ ਫੇਰ ਛੱਡਦੇ ਨੇ ਛੋਟੀਆਂ ਸਰੀਆਂ ਕੱਢ ਕੇ ਠੀਕ ਹੈ ਤੇ ਗਾਈ ਉਸ ਤਾਰ ਦੇ ਲਾਗੇ ਨੇ ਬਾਹਰ ਹੀ ਕੱਢਦੇ ਨੇ ਕਿ ਉਹਦੇ 19 ਜਗ੍ਹਾ 'ਚ ਹੀ ਰਹਿਣੀਆਂ ਨੇ ਠੀਕ ਹੈ ਜਦੋਂ ਉੱਥੋਂ ਤਾਰ ਲਾ ਕੇ ਦੁਆਲੇ ਭੇਜ ਜਾਂਦੇ ਗਾਈਆਂ ਸਾਰਾ ਦਿਨ ਜਦੋਂ ਤਾਰ ਦੇ ਨੇੜੇ ਜਾਣਾ ਉਹਨੂੰ ਥੋੜਾ ਝਟਕਾ ਲਾਣਾ ਆਟੋਮੈਟਿਕ ਬਿਜਲੀ ਦਾ ਗਾਈ ਨਹੀਂ ਫਿਰ ਉਹਦੇ ਲਾਗੇ ਜਾਂਦੀ ਸਹੀ ਹੋ ਗਿਆ ਉਹ ਪਿਛੇ ਨਾਲ ਸੌਂਦੀਆਂ ਨੇ ਤੋਂ ਇੱਕ ਮਾਸਾ ਝਟਕਾ ਲਾ ਕੇ ਤੋਂ ਜਿਸ ਤਰ੍ਹਾਂ ਬ੍ਰੇਕਰ ਨਹੀਂ ਡਿੱਗ ਪੈਂਦਾ ਉਹ ਬੰਦ ਹੋ ਜਾਂਦਾ ਠੀਕ ਹੈ ਫੇਰ ਆਨ ਹੋ ਜਾਂਦਾ 1 ਸਕਿੰਟ ਬਾਅਦ ਅੱਛਾ ਇਹ ਸਿਸਟਮ ਹੈ ਸਹੀ ਹੈ ਇਹ ਨਹੀਂ ਕਿ ਉੱਥੇ ਚਾਰਨ ਦੇ ਹਵਾਲੇ ਨਾਲ ਵੀ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਉਹਨਾਂ ਨੂੰ ਮਤਲਬ ਪਹਾੜੀ ਇਲਾਕਾ ਹੈ ਨਾ ਜਿੱਥੇ ਮੈਂ ਵੇਖਿਆ ਨਾ ਜਿੱਥੇ ਬਣਾਏ ਨੇ ਇੱਕ ਤਾਂ ਬਣਾਇਆ ਸੀ ਵੱਛੇ ਹਨ ਗੋਸ਼ਤ ਵਾਸਤੇ ਤੇ ਇੱਕ ਦੁੱਧ ਵਾਸਤੇ ਗਾਈਆਂ 2-3 ਤਾਂ ਮੈਂ ਵੇਖੇ ਨੇ ਅੱਛਾ ਜਿਹੜੇ ਮਤਲਬ ਅਸੀਂ ਸ਼ੈੱਡ ਬਣਾਉਂਦੇ ਹਾਂ ਉੱਥੇ ਸਹੀ ਹੈ ਸੋ ਬੜਾ ਪਿਆਰਾ ਸਿਸਟਮ ਹੈ ਮੈਂ ਇੱਕ ਬੰਦਾ ਉਹ ਵੀ ਤੁਹਾਡੀ ਗੱਲ ਨਾਜ਼ਰੀਨ ਸੁਣ ਰਹੇ ਹੋਣਗੇ ਔਰ ਉਹ ਜਿਹੜਾ ਸਵਾਲ ਮੇਰੇ ਜ਼ਿਹਨ ਚ ਆਇਆ ਉਹੀ ਆਏਗਾ ਕਿ ਤੁਸੀਂ ਇੱਥੇ ਆ ਕੇ ਕਿਉਂ ਨਹੀਂ ਉਹ ਕੰਮ ਕੀਤਾ ਸੈਮੀ ਉਹੀ ਗੱਲ ਕਿ ਜਿਸ ਤਰ੍ਹਾਂ ਰਵਾਇਤੀ ਚੱਲਦਾ ਪਿਆ ਉਹਨੇ ਚਲਾਈ ਗਏ ਤੇ ਤੁਸੀਂ ਇੱਕ ਮਿਸਾਲ ਕਾਇਮ ਕਰੋ ਨਾ ਜ਼ੇਨ ਚ ਹੁੰਦਾ ਕਦੇ ਖਿਆਲ ਹੁੰਦਾ ਯਾਰਾ ਕੋ ਥੋੜਾ ਜਿਹਾ ਸਿਸਟਮ ਬੰਦਾ ਉਹਨੂੰ ਸ਼ੁਰੂ ਕਰੇ ਹਾਂ ਭਲਾ ਹਾਂ ਕਿ ਚਲੋ ਆਸਤਾ ਫਿਰ ਜ਼ਿਆਦਾ ਬੰਦਾ ਕਰਦਾ ਲੋਕ ਵੀ ਵੇਖਣ ਕਦੇ ਜ਼ੇਨ ਚ ਆਉਂਦੀ ਏ ਤੇ ਫਿਰ ਸੋਚਦੇ ਆ ਯਾਰ ਚੱਲਦਾ ਮੈਂ ਨਾਮ ਚੋਪੀ ਕਰ ਰਹੀ ਤਾਂ ਜਿਸ ਤਰ੍ਹਾਂ ਦਾ ਸੋਚੀਦਾ ਤੇ ਬੜਾ ਹੀ ਜਿਸ ਤਰ੍ਹਾਂ ਦਾ ਤੇਲ ਉਸ ਤਰ੍ਹਾਂ ਦਾ ਹੀ ਭੇਜਦਾ ਹੀ ਫਿਰ ਨਹੀਂ ਅਸੀਂ ਤੇ ਆਨੇ ਕਿ ਤੁਸੀਂ ਇੱਕ ਮਾਡਰਨ ਡੇਅਰੀ ਬਣਾਓ ਹਾਂਜੀ ਬੇਸ਼ੱਕ ਛੋਟੇ ਪੈਮਾਨੇ ਤੇ ਬਣਾਓ ਤੇ ਅਗਲੀ ਵਾਰੀ ਅਗਰ ਅਸੀਂ ਤੁਹਾਡੇ ਕੋਲ ਆਵਾਂਗੇ ਤੁਹਾਡੀ ਉਹ ਡੇਅਰੀ ਜਿਹੜੀ ਮਾਡਰਨ ਡੇਅਰੀ ਹੋਏਗੀ ਉਹਦੀ ਅਸੀਂ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਾਂਗੇ ਕਿ ਸਿਰਫ ਉਹ ਯੂਰਪੀਅਨ ਕੰਟਰੀਜ਼ ਜਿਹੜੇ ਨੇ ਉਹ ਹੀ ਨਹੀਂ ਇੰਜ ਕਰ ਸਕਦੇ ਬਲਕਿ ਅਸੀਂ ਵੀ ਕਰ ਸਕਦੇ ਹਾਂ ਔਰ ਇਹ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਉਹ ਲੱਗਿਆ ਨਾ ਇੱਕ ਸਿਲੰਡਰ ਜੀ ਜਿਹੜਾ ਮਸਲ ਵੈਪਰ ਹੈ ਗੋਹੇ ਦਾ ਜੀ ਠੀਕ ਹੈ ਸਿਰਫ ਉਹਦਾ ਹੀ ਸਿਸਟਮ ਹੈ ਦੂਜੀਆਂ ਮਸ਼ੀਨਾਂ ਤੇ ਆਲਰੇਡੀ ਹੈ ਨੇ ਦੁੱਧ ਵਾਲੀਆਂ ਵੀ ਹੈ ਨੇ ਉਹ ਜੋ ਕਰੰਟ ਵਾਲੀ ਵੀ ਲੱਗ ਸਕਦੀ ਹੈ ਉਹਦੇ ਵਿੱਚ ਲੱਗਿਆ ਉਹ ਸੰਗਲ ਠੀਕ ਹੈ ਯਾਨੀ ਕਿ ਜਿਸ ਤਰ੍ਹਾਂ ਸਾਈਕਲ ਦਾ ਤੁੱਕਾ ਨਹੀਂ ਹੁੰਦਾ ਗਾਂ ਨੂੰ ਫੇਰੀਏ ਤੇ ਰਿੜਦੀਏ ਤੇ ਪਿਛਾਂ ਨੂੰ ਕਰੀਏ ਤੇ ਤੁੱਕਾ ਹਟ ਜਾਂਦਾ ਉਹ ਇਸ ਤਰ੍ਹਾਂ ਹੀ ਸਿਲੰਡਰ ਦਬਾ ਕੇ ਪਿਛਾਂ ਹਟਦਾ ਤੇ ਪਿਛਾਂ ਹੁੰਦਾ ਨਾ ਸੰਗਲ ਦੇ ਤੋੜ ਗਰਾਰੀਆਂ ਦੇ ਉੱਤੇ ਲੱਗਾ ਸਹੀ ਹੈ ਯਾਨੀ ਕਿ ਉਧਰ ਵੀ ਪੁਲੀ ਲੱਗੀ ਉਧਰ ਵੀ ਲੱਗੀ ਉਹ ਇੰਜ ਦਬਾਉਂਦੀ ਹੈ ਤੇ ਜਦੋਂ ਪਿਛਾਂ ਲਿਆਉਂਦੀ ਹੈ ਤੁੱਕਾ ਛੱਡਦੀ ਹੈ ਠੀਕ ਹੈ ਵੈਪਰ ਜਿਹੜਾ ਥੋੜਾ ਗਾਂ ਹੋ ਜਾਂਦਾ ਫੇਰ ਪਿਛਾਂ ਆਉਂਦੀ ਹੈ ਤੇ ਫੇਰ ਦਬਾ ਕੇ ਥੋੜਾ ਜਿਹਾ ਤੇ ਇਸ ਤਰ੍ਹਾਂ ਥੋੜਾ ਦਬਾ ਕੇ ਤੋੜ ਲੈ ਜਾਂਦੀ ਹੈ ਸਹੀ ਹੋ ਗਿਆ ਇੰਜ ਦਾ ਸਿਸਟਮ ਉਹ ਮਸ਼ੀਨਰੀ ਫਿਰ ਐਡੀ ਮਹਿੰਗੀ ਨਹੀਂ ਉਹ ਇੱਥੇ ਬਣ ਸਕਦੀ ਹੈ ਉਹ ਆਸਾਨੀ ਨਾਲ ਬਣ ਸਕਦੀ ਹੈ ਕਿ ਸੰਗਲ ਹੋਏ ਨਾ ਮਸਲ ਆਮ ਸੰਗਲ ਨਹੀਂ ਹੁੰਦੇ ਜਿਹੜੇ ਚੈਨ ਕੁੱਪੀਆਂ ਵੀ ਪੈਂਦੇ ਨੇ ਜਾਂ ਤਰ੍ਹਾਂ ਦੇ ਜੀ ਬਿਲਕੁਲ ਇਹਨੂੰ ਗੰਢ ਕੇ ਤੇ ਬੰਦਾ ਲਾ ਲੇ ਤੇ ਅੱਗੇ ਵੀ ਇੱਕ ਪੁਲੀ ਹੁੰਦੀ ਜਿਹਦੇ ਵਿੱਚ ਉਹਦੇ ਦੰਦੇ ਜਿਹੜੇ ਨੇ ਫਿੱਟ ਹੁੰਦੇ ਜਾਣ ਉਸ ਕਿਸਮ ਦਾ ਠੀਕ ਹੈ ਇਹ ਪਾਕਿਸਤਾਨ ਦੇ ਵਿੱਚ ਤਾਂ ਬੜੀ ਆਸਾਨੀ ਨਾਲ ਬਣਾਦੇ ਪਾਕਿਸਤਾਨ ਕਿਹੜਾ ਕੋ ਦਿਮਾਗ ਥੋੜਾ ਇਹਨਾਂ ਨੇ ਉਹ ਤੇ ਆਹੋ ਹੀ ਗੱਲ ਕਿ ਅਲਾਮਾ ਇਕਬਾਲ ਦਾ ਕਿ ਸ਼ੇਰ ਨਹੀਂ ਹੈ ਇਹ ਮਿੱਟੀ ਵੀ ਬੜੀ ਨਾਮ ਹੈ ਸਾਕੀ हाँ जरा जरहेज हो तो ਜ਼ਰਾ ਜ਼ਰਖੇਜ਼ ਹੋ जरा नम हो तो ये मिट्टी बड़ी जरहेज ਜ਼ਰਖੇਜ਼ ਹੈ ਇਹ ਗੱਲ ਹੈ ਕਿ ਮਿੱਟੀ 'ਚ ਨਹੀਂ ਕਿ ਇਹਦੇ 'ਚ ਕੋਈ ਦਿਮਾਗ ਨਹੀਂ ਪਰ ਸਿਰਫ ਇਹ ਕਿ ਇਹਨੂੰ ਪਾਲਿਸ਼ ਨਹੀਂ ਕੀਤਾ ਗਿਆ ਨਮ ਨਹੀਂ ਹੁੰਦੀ ਪਈ ਨਮ ਨਹੀਂ ਹੁੰਦੀ ਪਈ ਠੀਕ ਹੈ ਬਹੁਤ ਸ਼ੁਕਰੀਆ ਜੀ ਸਾਹਿਬ ਭਾਈ ਤੁਸੀਂ ਇੱਕ ਬੜੀ ਮੋਟੀਵੇਸ਼ਨ ਦਿੱਤੀ ਹੈ ਮੈਨੂੰ ਉਮੀਦ ਹੈ ਕਿ ਸਾਡੇ ਨਾਜ਼ਰੀਨ ਜੋ ਤੁਹਾਡੀਆਂ ਗੱਲਾਂ ਸੁਣਨਗੇ ਤੇ ਉਹ ਤੁਹਾਡੇ ਨਾਲ ਮਸ਼ਵਰਾ ਵੀ ਕਰਨਗੇ ਤੇ ਆਪਣਾ ਫੋਨ ਨੰਬਰ ਵੀ ਸ਼ੇਅਰ ਕਰੋ
ਤਾਂ ਕਿ ਤੁਸੀਂ ਸਦਕਾ ਜਾਰੀਆ ਔਰ ਇੱਕ ਮਸ਼ਵਰੇ ਦੇ ਤੌਰ ਤੇ ਨੇਕੀ ਦੇ ਤੌਰ ਤੇ ਤੁਸੀਂ ਉਹਨੂੰ ਦੱਸੋ ਕਿ ਬਈ ਮਾਡਰਨ ਡੇਅਰੀ ਬਣਾਣੀ ਹੈ ਔਰ ਤੁਸੀਂ ਡੇਅਰੀਆਂ ਉੱਥੇ ਬਣਾਉਂਦੇ ਰਹੇ ਹੋ ਜੇ ਨਹੀਂ ਸਾਰੇ ਸ਼ੈਡ ਸ਼ੂਟ ਬਣਾਏ ਜਾਂਦੇ ਸ਼ੈਡ ਸ਼ੂਟ ਬਣਾਉਂਦੇ ਰਹੇ ਹੋ ਔਰ ਉਹ ਚੂੰਕਿ ਤੁਸੀਂ ਬੇਸਿਕਲੀ ਇਹ ਕੰਮ ਕਰਦੇ ਹੋ ਤੁਸੀਂ ਉੱਥੇ ਵੀ ਅਗੌਰ ਕਰਦੇ ਹੋ ਕਿ ਕਰਦੇ ਕੀ ਨੇ ਔਰ ਤੁਸੀਂ ਕੰਮ ਨੂੰ ਸਮਝਿਆ ਨਹੀਂ ਉਹ ਕੀਤਾ ਕਿ ਇਸ ਤਰ੍ਹਾਂ ਦਾ ਕਿ ਅਸੀਂ ਉਹ ਕੰਮ ਮੁਕੰਮਲ ਸਮਝਿਆ ਕਿ ਉਹਨੂੰ ਬਣਾਇਆ ਆਪੀ ਹੈ ਜਿਸ ਕੰਪਨੀ 'ਚ ਮੈਂ ਕੰਮ ਕਰਦਾ ਰਿਹਾ ਉਹ ਮੈਨੂੰ ਉਹਦਾ ਪ੍ਰੋਜੈਕਟ ਕਹਿੰਦੇ ਨੇ ਕਿ ਤੂੰ ਕਰਦੇ ਠੀਕ ਹੋ ਗਿਆ ਤੇ ਜਦੋਂ ਬੰਦਾ ਆਪੀ ਜ਼ਿੰਮੇਵਾਰੀ ਨਾ ਕਰੇ ਉਹਨੂੰ ਪਤਾ ਲੱਗ ਜਾਂਦਾ ਕਿ ਠੀਕ ਹੋ ਗਿਆ ਸਹੀ ਹੈ ਤੇ ਅਗਰ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਔਰ ਤੁਹਾਡੇ ਕੋਲ ਮਸ਼ਵਰਾ ਲੈਣਾ ਚਾਹੇ ਕਿ ਜੀ ਸਾਨੂੰ ਉਸ ਤਰ੍ਹਾਂ ਦਾ ਹੀ ਫਾਰਮ ਬਣਾ ਕੇ ਦਿਓ ਉਸ ਤਰ੍ਹਾਂ ਦੀ ਡੇਅਰੀ ਸਾਨੂੰ ਕਰਕੇ ਦਿਓ ਕਿਆ ਤੁਸੀਂ ਕੰਮ ਕਰ ਸਕਦੇ ਹੋ ਉੱਥੇ ਪਾਕਿਸਤਾਨ 'ਚ ਜੀ ਇਨਸ਼ਾਅੱਲਾ ਜ਼ਰੂਰ ਹੋ ਸਕਦਾ ਲੇਕਿਨ ਇਹਦੇ ਵਿੱਚ ਇਹ ਵੀ ਕਿ ਹੁਣ ਜ਼ਰੂਰੀਆਤ ਜਿਹੜੀਆਂ ਚੀਜ਼ਾਂ ਦੀਆਂ ਨੇ ਯਾਨੀ ਕਿ ਮਿਸਾਲ ਦੇ ਤੌਰ ਤੇ ਉਹ ਸਿਸਟਮ ਮਸ਼ੀਨ ਜਿਹੜੀ ਲੱਗਣੀ ਹੈ ਜਿਹਨੇ ਉਹਨੂੰ ਸਿਲੰਡਰ ਨੂੰ ਚਲਾਉਣਾ ਹੈ ਜ਼ਾਹਿਰ ਕੋਈ ਨਾ ਕੋਈ ਤੇ ਅਦਾਰਾ ਹੋਏਗਾ ਜਿਹੜਾ ਉਹ ਸਭ ਕੁਝ ਕਰ ਰਿਹਾ ਹੋਏਗਾ ਯਾਨੀ ਕਿ ਜੈਕ ਜਿਸ ਤਰ੍ਹਾਂ ਨਲਕੇ ਦੀ ਨਹੀਂ ਹਤੀ ਤਾਂ ਉਹਨੂੰ ਠਾਣ ਜਾਂਦੀ ਹੈ ਇਸ ਤਰ੍ਹਾਂ ਦਾ ਸਿਸਟਮ ਉਹਨੂੰ ਚਲਾਉਣਾ ਦੂਸਰਾ ਮਸ਼ੀਨ ਤਾਂ ਆਲਰੇਡੀ ਹੈ ਨੇ ਬਣੀਆਂ ਇਹਨੂੰ ਜਿਹੜੀ ਅੱਗੇ ਚ ਹੁੰਦੀਆਂ ਨੇ ਸਹੀ ਹੈ ਹਾਂਜੀ ਠੀਕ ਹੋ ਗਿਆ ਉਹ ਬਣ ਜਾਂਦਾ ਤੇ ਆਪਣਾ ਨੰਬਰ ਦਾ ਸ਼ੇਅਰ ਕਰੋ ਹਾਂ ਤਾਂ ਕਿ ਲੋਕ ਤੁਹਾਡੇ ਨਾਲ ਇੱਕ ਤਾਂ ਮਸ਼ਵਰਾ ਵੀ ਕਰਨਗੇ ਔਰ ਦੂਸਰੇ ਨੰਬਰ ਤੇ ਤੁਹਾਨੂੰ ਕੋ ਹੋ ਸਕਦਾ ਕੰਮ ਵੀ ਕਰਵਾਉਣਾ ਹੈ ਚਲੋ ਨੰਬਰ ਆਪਣਾ ਦੇ ਦਿਓ 0301 0301 41 41 48 48 602 602 ਜੀ ਸੈਫੁੱਲਾ ਸੈਫੁੱਲਾ ਬਹੁਤ ਸ਼ੁਕਰੀਆ ਜੀ ਸੈਫ ਬਾਈ ਤੁਸੀਂ ਇਹ ਬੜੀ ਯੂਨੀਕ ਗੱਲ ਦੱਸੀ ਹੈ ਸਾਨੂੰ ਉਮੀਦ ਹੈ ਕਿ ਸਾਡੇ ਨਾਜ਼ਰੀਨ ਇਹ ਗੱਲਾਂ ਸੁਣ ਕੇ ਮਾਡਰਨ ਡੇਅਰੀ ਕਰਨਗੇ ਤਾਂ ਕਿ ਪਾਕਿਸਤਾਨ ਦੀ ਜਿਹੜੀ ਸਭ ਜਿਹੜੇ ਸਾਡੇ ਕੰਟੀਨੈਂਟ ਹੈ ਇਹਦੀ ਵੀ ਜਿਹੜੀ ਡੇਅਰੀ ਫਾਰਮਿੰਗ ਉੱਤੇ ਜਾਏਗੀ ਔਰ ਬਿਹਤਰ ਹੋਏ ਲੋਕ ਮਸਲੇ ਸੋਹ ਨਾਲ ਕੰਮ ਕਰਨ ਨੂੰ ਇਹਨਾਂ ਕਿ ਇੱਕ ਬੰਦਾ 10 ਮਹੀਨੇ ਰੱਖ ਲਿਆ ਤੇ ਆਪੀ ਜ਼ਲੀਲ ਹੋਈਏ ਸਹੀ ਹੈ ਇਹ ਵੀ ਤੇ ਨਾ ਹੋਏ ਜੀ ਬਿਲਕੁਲ ਹੁਣ ਉਹ ਬੰਦਾ ਮੈਂ ਨਾ ਯਾਰਾ ਉਹ ਦੋਏ ਪਿਓ ਪੁੱਤਰ ਸਵੇਰੇ ਬਾਜ਼ਾਰ ਵਿੱਚ ਹੁੰਦੇ ਨੇ ਠੀਕ ਹੈ 100 ਗਾਈਆਂ ਇੱਧਰ ਵੱਜੀ 100 ਇੱਧਰ ਵੱਜੀ ਹੈ ਸਹੀ ਹੈ ਤੇ ਜਿੰਨਾ 100 ਗਾਈਆਂ ਉੱਥੇ ਜ਼ਾਹਰ ਜਾ ਵੀ ਪਿੱਛੇ ਉਹ ਕਮਰਿਆਂ ਦੇ ਵਿੱਚ ਬੇਬਾ ਹੋਣ ਲੈ ਸਹੀ ਹੈ ਤੇ ਗੋਸ਼ਤ ਵਾਸਤੇ ਬੱਚੇ ਵੀ ਹੁੰਦੇ ਨੇ ਜਿੱਧਰ ਗਾਈਆਂ ਸੂਈਆਂ ਨੇ ਜਿੱਧਰ ਦੁੱਧ ਦੇਣ ਵਾਲੀਆਂ ਨੇ ਸਾਨ ਉਧਰ ਨੇ ਸਹੀ ਹੈ ਜਿਹੜੀਆਂ ਮਸਾਂ ਸੂਣ ਵਾਲੀਆਂ ਉਧਰ ਨਹੀਂ ਹੋ ਸਾਨ ਵਗੈਰਾ ਹੈ ਉਹ ਜੋ ਹੈ ਵੀ ਬੜੇ ਬੜੇ ਅਸੀਂ ਤੇ ਜਦੋਂ ਕੰਮ ਕਰਦੇ ਹਾਂ ਇਹਨੂੰ ਬੰਨ ਲਾ ਸਾਨੂੰ ਇਹਦੇ ਕੋਲ ਡਰ ਹੁੰਦਾ ਹੈ ਅੱਛਾ ਐਡੇ ਵੱਡੇ ਸਾਨ ਹਾਂਜੀ ਸਹੀ ਹੈ ਤੇ ਅੱਛੀ ਨਸਲ ਦੀਆਂ ਗਾਈਆਂ ਨੇ ਠੀਕ ਹੋ ਗਿਆ ਟਾਈਮ ਜਦੋਂ ਹੁੰਦਾ ਬੜੀਆਂ ਸੋਹਣੀਆਂ ਲੱਗਦੀਆਂ ਅਸੀਂ ਤੇ ਜੱਟ ਬੰਦੇ ਹੁਣ ਵੀ ਵੇਖ ਵੇਖ ਕੇ ਯਾਰ ਗਾਈਆਂ ਫਿਰ ਗਾਈਆਂ ਦਾ ਜਦੋਂ ਟਾਈਮ ਹੁੰਦਾ ਇਹ ਗਾਈਆਂ ਨੂੰ ਪਤਾ ਹੁੰਦਾ ਕਿ ਇਸ ਕਮਰੇ 'ਚ ਬਾਲਕੋਨੀ ਬਣੀ ਹੈ ਸਹੀ ਹੈ ਜਿਹਦੇ ਵਿੱਚ ਉਹਨਾਂ ਜਾਣਾ ਤੇ ਵਿਸ਼ਕਾਰ ਸੈਂਟਰ ਦੇ ਵਿੱਚ ਟੋਇਆ ਜਿਹਦੇ ਵਿੱਚ ਬੰਦਾ ਜਿਹਨੇ ਸਿਰਫ ਫੁਹਾਰਾ ਲਾਇਆ ਪੈਪ ਲੱਗਾ ਉਹਨਾਂ ਦੇ ਪੈਰ ਧੋਣੇ ਨੇ ਤੇ ਵਾਲੇ ਧੋਈ ਲੱਗੇ ਜਾਣੇ ਨੇ ਸਹੀ ਹੈ ਗਾਈਆਂ ਜਦੋਂ ਚੋਕਤੀਆਂ ਗਾਈਆਂ ਆਟੋਮੈਟਿਕਲੀ ਦੂਸਰੀ ਸਾਈਡ ਨੂੰ ਆਈ ਬਿਲਕੁਲ ਸਹੀ ਹੋ ਗਿਆ ਉਹ 10 ਚੋਕਤੀਆਂ ਨੇ 10 ਅਗੂ ਵੜ ਗਈਆਂ ਸਹੀ ਹੈ ਤੇ ਉਹ ਜਿਹੜਾ ਦੁੱਧ ਚੋਰੇ ਹੁੰਦਾ ਉਹਨਾਂ ਕੋਈ ਨੁਕਸਾਨ ਤੇ ਨਹੀਂ ਹੁੰਦਾ ਮਸ਼ੀਨਾਂ ਨਾਲ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਸਹੀ ਹੋ ਗਿਆ ਠੀਕ ਹੈ ਸੈਫ ਭਾਈ ਸੈਫ ਜੱਟ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਹੈ ਤੇ ਜੱਟੋ ਲੇਕਿਨ ਤੁਸੀਂ ਅੱਜ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਜੱਟਾਂ ਵਾਸਤੇ ਵੀ ਸੁੱਖ ਪੈਦਾ ਕਰਨਗੀਆਂ ਤੇ ਅੱਲਾ ਜਦੋਂ ਤੁਹਾਡੀ ਇਸ ਕੋਸ਼ਿਸ਼ ਨੂੰ ਤੁਹਾਡੀ ਇਸ ਗੱਲ ਨੂੰ ਰੰਗ ਲਿਆ ਸਾਥੀ ਬੰਦਾ ਕੋ ਹੋਏ ਜਿਹੜਾ ਕੋਈ ਖੁਆਸ਼ਮੰਦ ਹੋਏ ਤੇ ਕੋਸ਼ਿਸ਼ ਕਰਾਂਗੇ ਯਾਰਾ ਕੋ ਨਾਲ ਮਿਲ ਕੇ ਇਹੀ ਕੋਈ ਸਿਸਟਮ ਬਣਾਈਏ ਯਾਰਾ ਕੋਈ ਜਦੀਦ ਟੈਕਨੋਲੋਜੀ ਦਾ ਵੀ ਕਿ ਸਾਰੀ ਜ਼ਿੰਦਗੀ ਅਸਾਂ ਵੀ ਜਨਾ ਗੋਏ ਨਾਲ ਹੱਥ ਪੈਰ ਭਰਨੇ ਨੇ ਗੋਏ ਨਾਲ ਹੱਥ ਪੈਰ ਭਰੀਏ ਸਹੀ ਹੈ ਬਹੁਤ ਸ਼ੁਕਰੀਆ ਜੀ ਅਸਲਾਮ ਵਾਲੇਕੁਮ ਛੋਟੇ ਮਹਿਮਾਨੇ ਦੇ ਘਰ ਲਾਂਗੇ ਵਾਲੇਕੁਮ ਸਲਾਮ ਜੀ